Subscribe now and press the bell icon. Never miss an update. ਅਸੀਂ ਬਤੌਰ ਜੱਜ ਹੁੰਦੇ ਹੋਏ ਕਈ ਧਾਰਨਾਵਾਂ ਦੇ ਆਦੀ ਹੁੰਦੇ ਆ ਔਰ ਉਹ ਧਾਰਨਾਵਾਂ ਕਈ ਵਾਰੀ ਸਮਾਜਿਕ ਕਦਰਾਂ ਕੀਮਤਾਂ ਦੇ ਉੱਪਰ ਦੀ ਲੰਘ ਜਾਂਦੀਆਂ ਨੇ ਪਰੰਤੂ ਅਸੀਂ ਆਪਣੀ ਸੋਚ ਜਿੱਥੇ ਕਿਤੇ ਵੀ ਬੈਠੇ ਆ ਚਾਹੇ ਉਹ ਕੁਰਸੀ ਤੇ ਆ ਜਾਂ ਉਹ ਧਰਤੀ ਤੇ ਆ ਚੱਲਦੇ ਆ ਸਮਾਜ 'ਚ ਵਿਚਰਦੇ ਆ ਪਰੰਤੂ ਸਾਡੀਆਂ ਭਾਵਨਾਵਾਂ ਉਹ ਸਾਡੇ ਨਾਲ ਹੀ ਤੁਰਦੀਆਂ ਨੇ ਇੱਕ ਸਾਡੀ ਧਾਰਨਾ ਹੈਗੀ ਆ ਕਿ ਇਨਸਾਨ ਜੱਜ ਜਾਂ ਹੋਰ ਬੁੱਧੀ ਵਰਗ ਸਿਰਫ ਓਨਾ ਹੀ ਬੋਲੂ ਜਿੰਨੀ ਉਹਦੀ ਅਕਲ ਹੈ ਆਪ ਦੀ ਬੁੱਧੀ ਤੋਂ ਵੱਧ ਕੋਈ ਭੈਣ ਭਰਾ ਜਾਂ ਕੋਈ ਪੜ੍ਹਿਆ ਲਿਖਿਆ ਨਹੀਂ ਬੋਲਦਾ ਅਸੀਂ ਜੱਜਮੈਂਟ ਵਿੱਚ ਹਮੇਸ਼ਾ ਲਿਖਦੇ ਆ ਇਹ ਪਰਸਨ ਕੈਨ ਨਾਟ ਕਨਵੇ ਦਾ ਬੈਟਰ ਟਾਈਟਲ ਅਦਰ ਦੈਨ ਹੀ ਹੈਜ਼ ਆਪਣੀ ਬੁੱਧੀ ਤੋਂ ਵੱਧ ਬੋਲ ਨਹੀਂ ਸਕਦਾ ਔਰ ਆਪਣੀ ਮਾਲਕੀ ਤੋਂ ਵੱਧ ਕਿਸੇ ਨੂੰ ਪ੍ਰਾਪਰਟੀ ਵੇਚ ਨਹੀਂ ਸਕਦਾ ਅੱਜ ਮੰਚ ਤੇ ਡਿਫਰੈਂਟ ਜਥੇਬੰਦੀਆਂ ਔਰ ਜੋ ਦਲ ਮੇਰੇ ਸੱਜੇ ਖੱਬੇ ਬੈਠੇ ਹਨ ਮੈਂ ਇਹਨਾਂ ਨੂੰ ਦੇਖ ਕੇ ਬੜਾ ਮਨ ਪ੍ਰਸੰਨ ਹੁੰਦਾ ਹੈਗਾ ਕਿ ਇਹ ਰੂਹਾਂ ਦੇ ਰੂਬਰੂ ਮੈਨੂੰ ਹੋਣ ਦਾ ਮੌਕਾ ਮਿਲਿਆ ਸੋ ਇਹ ਤਾਂ ਮੇਰੀ ਸੀਗੀ ਆਪਣੇ ਵੱਲੋਂ ਔਰ ਤੁਹਾਡੇ ਰੂਬਰੂ ਜੋ ਦਾਸ ਖੜਾ ਹੈ ਇਹ ਉਹ ਹੈ ਜਿਹਨੇ 1.5 ਰੁਪਏ ਤੇ ਦਿਹਾੜੀ ਕੀਤੀ ਅਤੇ ਆਪਣੀ ਜੋਬਨ ਦੇ ਵਿੱਚ ਅੱਜ ਦੀ ਸਟੇਜ ਦੇ ਵਿੱਚ ਆ ਕੇ ਫਾਂਸੀਆਂ ਲਾਈਆਂ ਕੀ ਕਦੇ ਸੋਚ ਸਕਦੇ ਹੋ ਕਿ ਜਿਹੜੇ ਬੰਦੇ ਨੇ 1.5 ਰੁਪਏ ਤੇ ਦਿਹਾੜੀ ਤੋਂ ਆਪਣਾ ਕੈਰੀਅਰ ਸਟਾਰਟ ਕੀਤਾ ਹੋਵੇ ਤੇ ਉਹਨੇ 3 ਵਾਰੀ ਫਾਂਸੀ ਲਾਈ ਹੋਵੇ ਤੇ 3 ਵਾਰੀ ਫਾਂਸੀ ਸੁਪਰੀਮ ਕੋਰਟ ਤੱਕ ਟੁੱਟੀ ਨਾ ਹੋਵੇ ਸੋ ਮੈਂ ਸਿਜਦਾ ਕਰਦਾ ਮੈਂ ਸਿਰ ਨੀਵਾ ਕਰਦਾ ਉਹਨਾਂ ਮਹਾਨ ਸਪੂਤਾਂ ਦੇ ਜਿਨ੍ਹਾਂ ਦੇ ਪਿਛਲੇ ਬੁਲਾਰਿਆਂ ਨੇ ਜਾਂ ਅੱਗੇ ਆਉਣ ਵਾਲੇ ਬੁਲਾਰਿਆਂ ਨੇ ਨਾਂ ਲਏ ਨੇ ਭਾਈ ਜੈਤਾ ਜੀ ਬਾਬਾ ਸੰਗਤ ਸਿੰਘ ਡਾਕਟਰ ਅੰਬੇਦਕਰ ਜਾਂ ਹੋਰ ਜਿੰਨੇ ਮਰਜ਼ੀ ਨਾਂ ਲਈ ਜੋ ਸਾਡੀ ਅਣਗਿਣਤ ਤੇ ਬੜਮੁੱਲਾ ਸਾਡੇ ਕੋਲੇ ਇਤਿਹਾਸ ਹੈਗਾ ਪਰੰਤੂ ਮੈਂ ਜੋ ਟੌਪਿਕ ਤੇ ਆਉਣਾ ਚਾਹੁੰਦਾ ਮੈਂ ਚਾਹੁੰਦਾ ਕਿ ਮੈਂ ਉਹੀ ਗੱਲ ਨਾ ਕਰਾਂ ਕਿ ਜਿਹੜੀ ਗੱਲ ਸਾਡੇ ਪਹਿਲਾਂ ਬੁਲਾਰੇ ਬੋਲ ਚੁੱਕੇ ਨੇ ਮੈਂ ਕੋਸ਼ਿਸ਼ ਕਰੂੰ ਕਿ ਨਵੀਂ ਗੱਲ ਬੋਲੀ ਜਾਵੇ ਤਾਂ ਕਿ ਅਸੀਂ ਕੁਝ ਨਾ ਕੁਝ ਤੁਹਾਡੇ ਰੂਬਰੂ ਕਰਨ ਦਾ ਕਾਮਯਾਬ ਹੋਈਏ ਮੈਂ ਕਹਿਣਾ ਚਾਹੁੰਦਾ ਕਿ ਜੋ ਲੜਕਾ ਨਵਰੀਤ ਦੀ ਮੌਤ ਹੋਈ ਮੈਂ ਟਰੈਕਟਰ ਤੇ ਦੇਖੀ ਹੈਗੀ ਆ ਉਹ ਟਰੈਕਟਰ ਦੇ ਵਿੱਚ ਦੇਖਣ ਵਾਲਾ ਇਹ ਪ੍ਰਜ਼ਰਵ ਕਰਦਾ ਕਿ ਲੜਕਾ ਅਣਗਹਿਲੀ ਨਾਲ ਲਾਪਰਵਾਹੀ ਨਾਲ ਆਇਆ ਔਰ ਟਰੱਕ ਕੀਤਾ ਟਰੱਕ ਉਲਟਿਆ ਉਹਦੀ ਮੌਤ ਹੋ ਗਈ ਪਰੰਤੂ ਇਹਦੇ ਨਾਲ ਹੀ ਮੇਰਾ ਜੁਡੀਸ਼ੀਅਲ ਮਾਈਂਡ ਆ ਮੈਂ ਇਹ ਵੀ ਸੁਣਿਆ ਅਖਬਾਰ ਵਿੱਚ ਵੀ ਜਾਂ ਉਹਦੇ ਪਿਤਾ ਦੀ ਪਾਈ ਪਟੀਸ਼ਨ ਵੱਲੋਂ ਜਾਂ ਜੋ ਸਰਕਾਰ ਬੋਲਦੀ ਆ ਉਹਦੇ ਹੈੱਡ ਦੇ ਵਿੱਚ ਗਨ ਜਾਂ ਪਿਸਟਲ ਜਾਂ ਕੋਈ ਸ਼ਾਟ ਹੈਗਾ ਜੇਕਰ ਗਨ ਜਾਂ ਪਿਸਟਲ ਸ਼ਾਟ ਉਹਦੇ ਸਿਰ ਵਿੱਚ ਲੱਗਿਆ ਤਾਂ ਟਰੈਕਟਰ ਦਾ ਆਊਟ ਆਫ ਕੰਟਰੋਲ ਹੋਣਾ ਕੁਦਰਤੀ ਹੈਗਾ ਸੋ ਮੈਂ ਇਹਦੇ ਮੁਤਲਕ ਉਸ ਦੇ ਵਾਰਸਾਂ ਨੂੰ ਇਹ ਪਿਆਰ ਨਾਲ ਸਤਿਕਾਰ ਨਾਲ ਆਪਣੇ ਵੱਲੋਂ ਸੇਵਾ ਕਰਨੀ ਚਾਹੁੰਦਾ ਜਾਂ ਕੋਆਪਰੇਸ਼ਨ ਚਾਹੁੰਦਾ ਕਿ ਤੁਸੀਂ ਲੜਾਈ ਲੜੋ ਜੇਕਰ ਉਹਦੇ ਸਿਰ ਵਿੱਚ ਗੋਲੀ ਵੱਜੀ ਆ ਉਹਦੇ ਟਰੈਕਟਰ ਖੁਦ ਚਲਾ ਕੇ ਪੱਥਰ ਵਿੱਚ ਨਹੀਂ ਮਾਰਿਆ ਤਾਂ ਇੱਕ ਨਾ ਇੱਕ ਦਿਨ ਸਾਡੇ ਸੰਘਰਸ਼ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਇਹਦਾ ਇਨਸਾਫ ਮਿਲੂਗਾ ਨੰਬਰ 2 ਜੋ ਰਸਤਾ 26 ਜਨਵਰੀ ਦੇ ਬਾਰੇ ਦਿੱਤਾ ਗਿਆ ਸਾਨੂੰ ਉਹ ਵਿਦ ਕੰਸੈਂਟ ਆਫ ਸਾਡੇ ਕਿਸਾਨ ਨੇਤਾ ਅਤੇ ਸਰਕਾਰ ਕਿਹਦੇ ਵਿੱਚ ਥਰੂ ਸਿਕਿਉਰਿਟੀ ਥਰੂ ਪੁਲਿਸ ਜੇਕਰ ਪੁਲਿਸ ਨੇ ਸਾਨੂੰ ਸਿਕਿਉਰਿਟੀ ਵਜੋਂ ਇੱਕ ਰਸਤਾ ਪ੍ਰੋਵਾਈਡ ਕੀਤਾ ਕਿ ਤੁਸੀਂ ਇਸ ਰਸਤੇ ਵਿੱਚ ਹੋ ਕੇ ਜਾਣਾ ਅਤੇ ਉਹ ਰਸਤਾ ਬਲੌਕ ਕਰ ਦਿੱਤਾ ਔਰ ਦੂਜੇ ਰਸਤੇ ਗਏ ਜਾਂ ਕੁਝ ਬੰਦੇ ਤੁਹਾਡੇ ਕਹਿਣੇ ਤੋਂ ਬਾਹਰ ਹੋ ਕੇ ਅੱਗੇ ਪਿੱਛੇ ਚਲੇ ਗਏ ਤਾਂ ਮੈਂ ਕਹੂੰਗਾ ਕਿ ਸਾਡੇ ਉੱਚ ਜਿਹੜੇ ਅਹੁਦੇਦਾਰ ਨੇ ਜਾਂ ਸਾਡੀ ਸੰਸਥਾ ਦੇ ਮੁਖੀ ਨੇ ਉਹਨਾਂ ਨੂੰ ਇਹਦੀ ਇੱਕ ਨਿਆਇਕ ਸਿੱਟ ਬਣਾਉਣ ਦੀ ਪ੍ਰਾਰਥਨਾ ਗਵਰਨਮੈਂਟ ਨੂੰ ਚਾਹੀਦੀ ਆ ਕਿ ਇੱਕ ਸਿੱਟ ਬਣਾਓ ਇੱਕ ਪੜਤਾਲ ਕਰਾਓ ਜਾਂ ਆਪਣੀਆਂ ਕਮੇਟੀਆਂ ਆਪਣੇ ਅਹੁਦੇਦਾਰ ਆਪਣੇ ਵੱਲੋਂ ਇੱਕ ਕਮੇਟੀ ਬਣਾਉਣ ਉਹਦੀ ਪੜਤਾਲ ਕਰਨ ਮੈਂ ਸਹਿਯੋਗ ਕਰਨ ਨੂੰ ਤਿਆਰ ਹਾਂ ਜੇਕਰ ਸਾਨੂੰ ਰਸਤਾ ਆ ਦਿੱਤਾ ਤਾਂ ਸਾਡੀ ਡਾਈਵਰਸ਼ਨ ਇੱਧਰ ਕਿਉਂ ਹੋਈ ਜੇ ਇੱਧਰ ਹੋਈ ਮੁੰਡੇ ਅੱਗੇ ਗਏ
ਤਾਂ ਅਸੀਂ ਬੁਰੇ ਪੈ ਗਏ ਹਾਂ, ਸਾਡੇ ਸੰਸਥਾ ਨੂੰ, ਸਾਡੇ ਸੰਘਰਸ਼ ਨੂੰ ਧੱਕਾ ਲੱਗਿਆ ਹੈਗਾ। ਸੋ ਮੈਂ ਇਸ ਵਿਸ਼ੇ ਤੇ ਵੀ ਪੜਤਾਲ ਕਰਨੀ ਚਾਹੁੰਦਾ ਕਿ ਕੋਈ ਨਾ ਕੋਈ ਇਸ ਬਾਰੇ ਵੀ ਆਪਾਂ ਨੂੰ ਚਾਹੀਦਾ ਹੈਗਾ। ਅਗਲੀ ਗੱਲ ਮੈਂ ਇੱਕ ਕਹੂੰਗਾ ਕਿ ਮੈਂ ਨਾ ਤਾਂ ਕਾਂਗਰਸ, ਨਾ ਅਕਾਲੀ, ਨਾ ਬੀਜੇਪੀ ਕਿਸੇ ਦੇ ਖਿਲਾਫ ਬੋਲਣ ਤੋਂ ਪਹਿਲਾਂ ਇੱਕ ਗੱਲ ਕਹੂੰਗਾ ਕਿ ਸਾਨੂੰ ਲੋੜ ਹੈਗੀ ਆ ਇਹਨਾਂ ਤਿੰਨਾਂ ਐਕਟਾਂ ਨੂੰ ਬਰੀਕੀ ਨਾਲ ਪੜ੍ਹਨ ਦੀ। 15 ਅਕਤੂਬਰ ਪੰਜਾਬ ਕਿਸਾਨ ਭਵਨ ਚ ਮੀਟਿੰਗ ਹੋਈ, ਮਿਸਟਰ ਦਰਸ਼ਨਪਾਲ ਬੂਟਾ ਬੁਰਜਗਲ ਮੇਰੇ ਮਿੱਤਰ ਨੇ, ਮੈਂ ਉਹਨਾਂ ਚ ਸ਼ਾਮਲ ਸੀਗਾ। ਉਸ ਤੋਂ ਬਾਅਦ 5 ਦੀ ਕਾਲ ਸੀਗੀ, 5 ਨਵੰਬਰ ਦੀ ਕਾਲ ਦੇ ਵਿੱਚ ਮੈਂ 2 ਟੋਲ ਪਲਾਜ਼ਿਆਂ ਦੇ ਵਿੱਚ ਬਰਨਾਲਾ ਅਤੇ ਮਹਿਲ ਕਲਾਂ ਦੇ ਵਿੱਚ ਬੋਲਿਆ ਸੀਗਾ। ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਇੱਕ ਹਾਈ ਪਾਵਰ ਕਮੇਟੀ ਬਣਾਓ। ਭਾਵੇਂ ਸਰਕਾਰ ਦਾ ਨੁਮਾਇੰਦਾ ਨਾ ਲਓ, ਸਰਕਾਰ ਤੇ ਉਮੀਦ ਨਾ ਰੱਖੋ। ਹਾਈ ਪਾਵਰ ਕਮੇਟੀ ਦੇ ਵਿੱਚ ਇੱਕ ਤਾਂ ਹਾਈ ਕੋਰਟ ਜੱਜ ਭਾਵੇਂ ਰਿਟਾਇਰ ਲੈ ਲਓ, ਸੈਸ਼ਨ ਜੱਜ ਲੈ ਲਓ, IAS ਲਓ, IPS ਲੈ ਲਓ, ਔਰ ਖੇਤੀ ਵਿਗਿਆਨੀ ਦੇ ਨਾਲ ਚਾਂਸਲਰ ਆਫ ਦੀ ਐਗਰੀਕਲਚਰ ਯੂਨੀਵਰਸਿਟੀ 10 ਮੈਂਬਰਾਂ ਦੀ 12 ਦੀ ਇੱਕ ਹਾਈ ਪਾਵਰ ਕਮੇਟੀ ਲੈ ਕੇ ਉਹ ਕਮੇਟੀ ਦਾ ਇੱਕ ਓਪੀਨੀਅਨ ਲੈ ਲਓ। ਉਹ ਓਪੀਨੀਅਨ ਲੈ ਕੇ ਅੱਗੇ ਤੁਸੀਂ ਉਹਨੂੰ ਬੋਲਣ ਜੋਗੇ ਹੋ ਜਾਓ। ਉਹਦੀ ਇੱਕ ਨਿੱਕੀ ਜੀ ਮੈਂ ਉਦਾਹਰਨ ਦੇਵਾਂਗਾ ਕਿ ਐਕਟ ਦਾ ਸੈਕਸ਼ਨ 6 ਸਬ ਕਲਾਸ 3 ਅੱਗੇ ਕਲਾਸ A, ਸ਼ਾਇਦ ਮੇਰੇ ਬਹੁਤ ਸਾਰੇ ਦੋਸਤਾਂ ਨੇ ਪੜ੍ਹੀ ਹੋਊ, ਪੜ੍ਹ ਕੇ ਮੈਂ ਵੀ ਆਇਆ, ਹੋਰ ਐਕਟ ਵੀ ਪੜ੍ਹਿਆ। ਇੱਕ ਉਦਾਹਰਨ ਵਜੋਂ ਮੈਂ ਦੇ ਰਿਹਾ। 610A ਦੇ ਵਿੱਚ ਕੀ ਲਿਖਿਆ ਕਿ ਜਿਹੜਾ ਸਪਾਂਸਰ ਹੈਗਾ, ਪਰਚੇਜਰ ਹੈਗਾ, ਉਹ ਕਿੱਥੋਂ ਪ੍ਰੋਡਿਊਸ ਲਊਗਾ ਪੈਦਾਵਾਰ? ਫਰਾਮ ਦੀ ਫਾਰਮ ਗੇਟ। ਫਾਰਮ ਗੇਟ ਸਾਡੇ ਖੇਤ ਵਿੱਚੋਂ, ਸਾਡੇ ਖੇਤ ਦੇ ਫਾਰਮ ਗੇਟ ਤੋਂ ਉਹ ਆ ਕੇ ਉਥੋਂ ਸਾਡੀ ਫਸਲ ਚੱਕੂਗਾ। ਪਰ ਨਾਲ ਦੀ ਨਾਲ ਉਹਦੇ ਕੀ ਲਿਖਿਆ ਕਿ ਐਟ ਦੀ ਟਾਈਮ ਹੀ ਵਿਲ ਚੈੱਕ ਦੀ ਕੁਆਲਿਟੀ ਆਫ ਦੀ ਪ੍ਰੋਡਕਟ। ਰਾਈਸ ਹੈ। ਪਲੀਜ਼ ਮੈਂ ਪਿੱਛੇ ਬੇਨਤੀ ਕਰੂੰਗਾ, ਜੇ 2 ਮਿੰਟ ਵੱਧ ਲੱਗਦੇ ਹੋਏ ਤਾਂ ਮੈਨੂੰ ਇਸ਼ਾਰਾ ਕਰ ਦਿਓ, ਮੈਂ ਬੰਦ ਕਰ ਦੂੰਗਾ, ਮੈਂ ਵੱਧ ਟਾਈਮ ਨਹੀਂ ਲਾਉਣਾ। ਤਾਂ ਉਹਦੇ ਵਿੱਚ ਕੀ ਲਿਖਿਆ ਕਿ ਸੈਕਸ਼ਨ 3A ਦੇ ਵਿੱਚ ਜੇਕਰ ਅਸੀਂ ਮੌਕੇ ਤੇ ਸਾਡੇ ਫਾਰਮ ਗੇਟ ਤੋਂ ਸਪਾਂਸਰ ਗਵਰਨਮੈਂਟ ਦਾ ਆ ਕੇ ਪਰਚੇਜ਼ ਕਰੂਗਾ ਤਾਂ ਉਹ ਸਾਨੂੰ ਉਹਦੀ ਕੁਆਲਿਟੀ ਚੈੱਕ ਕਰੂਗਾ। ਆਫਟਰ ਚੈਕਿੰਗ ਦੀ ਕੁਆਲਿਟੀ ਉਹਦਾ ਟੋਟਲ ਪ੍ਰਾਈਸ ਦਾ 75% ਸਾਨੂੰ ਮੌਕੇ ਤੇ ਪੇ ਕਰੂਗਾ। 1 ਕਰੋੜ ਦੀ ਪ੍ਰਾਪਰਟੀ ਆ, ਸੇਲ 1 ਕਰੋੜ ਦੀ ਆ ਤਾਂ 75 ਲੱਖ ਰੁਪਇਆ ਮੌਕੇ ਤੇ ਕਰੂਗਾ ਤੇ 25 ਲੱਖ ਸਾਡਾ ਵਿਦ ਹੈਲਡ ਕਰੂਗਾ, ਵਿਦ ਹੈਲਡ ਨੌਨ ਪੇਮੈਂਟ। ਤਾਂ ਉਦੋਂ ਬਾਅਦ ਉਹ ਸੈਂਪਲ, ਉਸ ਪ੍ਰੋਡਿਊਸ ਦਾ ਸੈਂਪਲ ਗਵਰਨਮੈਂਟ ਨੂੰ ਜਾਊ ਜਾਂ ਉੱਪਰਲੀ ਸੰਸਥਾ ਨੂੰ ਜਾਊ। ਉਹਦਾ ਸਮਾਂ ਰੱਖਿਆਗਾ ਮਹੀਨਾ 2 ਮਹੀਨੇ, ਔਰ ਉਹ ਸੰਸਥਾ ਜੇਕਰ ਉਹਨੂੰ ਪਾਸ ਕਰ ਦਿੰਦੀ ਆ ਕਿ ਕੁਆਲਿਟੀ A ਆ ਤਾਂ 25 ਲੱਖ ਮਿਲ ਜੂਗਾ, ਜੇ ਕੁਆਲਿਟੀ B ਆ ਤਾਂ 1 ਕਰੋੜ ਦੀ ਜਗ੍ਹਾ ਤੇ 90 ਲੱਖ, ਜੇ ਕੁਆਲਿਟੀ C ਆ ਤਾਂ ਕੀਮਤ 80 ਲੱਖ। ਸੋ ਦਿਸ ਇਜ਼ ਦੀ ਫਲਾਹ ਜਿਹੜੀ ਮੈਂ ਤੁਹਾਡੇ ਨੋਟਸ ਵਿੱਚ ਲਿਆਉਣੀ ਚਾਹੁੰਦਾ ਕਿ ਉਹ ਕਹਿੰਦੇ ਜੇਕਰ ਕੁਆਲਿਟੀ ਚੈੱਕ ਕਰਨੀ ਆ ਤੁਹਾਡੇ ਫਾਰਮ ਗੇਟ ਤੇ, ਦੂਜੀ ਕੁਆਲਿਟੀ ਚੈੱਕ ਅੰਦਰ ਫਾਰਮਰ ਦੀ ਐਬਸੈਂਸ ਵਿੱਚ। ਜੇ ਸਾਡੀ ਐਬਸੈਂਸ ਵਿੱਚ ਕਰੋਗੇ ਤੇ ਸਾਨੂੰ ਤਾਂ ਤੁਸੀਂ ਸਿੰਪਲੀ ਕਹਿ ਦੇਣਾ ਤੁਹਾਡੀ ਕੁਆਲਿਟੀ ਮਾੜੀ ਹੈ। ਜੇ ਮਾੜੀ ਆ ਸਾਡਾ ਕਰੋੜ ਮਗਰ 20 ਲੱਖ ਉੱਡ ਗਿਆ। ਸੋ ਇਹ ਪੁਆਇੰਟ ਨੇ। ਮੈਂ ਤੁਹਾਡੀ ਕਮੇਟੀ, ਤੁਹਾਡੇ ਉੱਚ ਅਹੁਦੇਦਾਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹੋ ਜਿਹੀ ਕਮੇਟੀ ਇੱਕ ਫਾਰਮੂਲੇਟ ਕਰੋ ਜਿਹੜੀ ਇੱਕ ਕਮੇਟੀ ਤੁਹਾਨੂੰ ਜਿੱਥੇ ਫੀਡਬੈਕ ਕਰੇ ਉੱਥੇ ਇਸ ਐਕਟ ਤੇ ਡਰਾਬੈਕ ਵੀ ਦੱਸੇ। ਜੇਕਰ ਅਸੀਂ ਇਹ ਕਮੇਟੀ 80% 75% ਇਹਦੇ ਡਰਾਬੈਕ ਕੱਢਣ ਦੇ ਵਿੱਚ ਕਾਮਯਾਬ ਹੋ ਜਾਈਏ ਤਾਂ ਮੇਰਾ ਖਿਆਲ ਹੈ ਅਸੀਂ ਇਹ ਕਾਮਯਾਬ ਹੋਵਾਂਗੇ ਕਿ ਐਕਟ ਜਿੰਦਾ ਨਹੀਂ ਰਹਿਣੇ। ਨੰਬਰ 2, ਇਹ ਜਿੰਨੇ ਵੀ ਐਕਟ ਬਣੇ ਆ ਪਾਸ ਕਿਨੇ ਕੀਤੇ ਨੇ ਪਾਰਲੀਮੈਂਟ ਦੇ ਵਿੱਚ। ਪਾਰਲੀਮੈਂਟ ਦੇ ਵਿੱਚ 545 MP ਨੇ, ਉਹਨਾਂ ਨੇ ਮੈਜੋਰਿਟੀ ਨਾਲ ਕੀਤੇ ਨੇ। ਮੈਂ ਕਿਸੇ ਸਮੇਂ ਦੀ ਸਰਕਾਰ ਦੇ ਖਿਲਾਫ ਜਾਂ ਅਕਾਲੀ ਕਾਂਗਰਸ ਦੇ ਖਿਲਾਫ ਕੁਝ ਨਹੀਂ ਬੋਲੂੰਗਾ। ਇਹਨਾਂ ਨੇ ਲੋਕਾਂ ਨੇ ਅੱਜ ਪੰਜਾਬ ਦੇ ਵਿੱਚੋਂ ਸਾਰੀਆਂ ਪਾਰਟੀਆਂ ਤੁਹਾਨੂੰ ਸਪੋਰਟ ਕਰਦੀਆਂ ਨੇ। ਇਹ ਕਿਸ ਵਾਸਤੇ ਸਪੋਰਟ ਕਰਦੀਆਂ ਨੇ ਉਹ ਮੇਰੇ ਕਹਿਣ ਦੀ ਲੋੜ ਨਹੀਂ, ਤੁਸੀਂ ਮੇਰੇ ਨਾਲ ਵੱਧ ਜਾਣਦੇ ਹੋ। ਸੋ ਇਸ ਕਰਕੇ ਇਹ ਨਿਰਪੱਖ ਜੋ ਸਾਡਾ ਸੰਘਰਸ਼ ਹੈਗਾ ਜਾਂ ਸਾਡੇ ਅਹੁਦੇਦਾਰ ਨੇ ਇਹ ਹਰ ਇੱਕ ਤੋਂ ਕੰਨੀ ਕਤਰਾ ਕੇ ਆਪਣੀ ਇੱਜ਼ਤ ਬਚਾ ਕੇ ਇਹ ਚੱਲ ਰਹੇ ਨੇ।
ਇਹ ਬਹੁਤ ਹੀ ਪ੍ਰਸ਼ੰਸਾ ਦੇ ਕਾਬਿਲ ਨੇ ਔਰ ਮੈਂ ਇਹਨਾਂ ਨੂੰ ਸਲਾਮ ਕਰਦਾ ਕਿ ਤੁਸੀਂ ਆਪਣਾ ਸੰਘਰਸ਼ ਰੱਖੋ, ਪਰੰਤੂ ਨਾਲ ਇੱਕ ਬੇਨਤੀ ਕਰੂੰਗਾ ਕਿ ਇਸ ਸੰਘਰਸ਼ ਨੂੰ ਥੋੜੀ ਜਿਹੀ ਨਵੀਂ ਰੂਪਰੇਖਾ ਕੀ ਹੈ ਕਿ ਬੁੱਧੀਜੀਵੀ ਵਰਗ ਦਾ ਧਿਆਨ ਕਰੋ। ਬੁੱਧੀਜੀਵੀ ਵਰਗ ਦੇ ਰਾਹੀਂ ਕੋਈ ਨਵੀਆਂ ਕਾਢਾਂ ਕੱਢ ਲਓ। ਨਵੀਂ ਕਾਢ ਕੱਲੀ ਇਹੀ ਕਹਿਣਾ ਕਿ ਐਕਟ ਰੱਦ ਕਰਾਵਾਂਗੇ, ਇਹ ਤਾਂ ਹੈ ਹੀ ਹੈ, ਪਰੰਤੂ ਬੁੱਧੀਜੀਵੀ ਵਰਗ ਜਿਵੇਂ ਮੈਂ ਤੁਹਾਡੇ ਕੋਲ ਆ ਕੇ ਇਹ ਦਸੀਆਂ ਨੇ ਬਰੀਕੀਆਂ, ਹੋਰ ਬਰੀਕੀਆਂ ਪੜੋ, ਮੈਂ ਤੁਹਾਡੇ ਨਾਲ ਆ, ਮੈਂ ਸੇਵਾ ਕਰਨ ਨੂੰ ਤਿਆਰ ਹੈਗਾ। ਅਸੀਂ ਕੋਈ ਨਹੀਂ ਪੈਸਾ ਲੈਣਾ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਟੇਜ ਤੇ ਬੈਠੇ ਸਾਡੇ ਜੋ ਨਿਹੰਗ ਸਿੰਘ ਮੁਖੀ ਨੇ ਜਾਂ ਬਹੁਤ ਹੀ ਉੱਚੇ ਅਹੁਦੇਦਾਰ ਜਿਹੜੇ ਸਾਡੇ ਇਹ ਸੰਸਥਾ ਇਹ ਜਥੇਬੰਦੀਆਂ ਨੇ ਹੈਗੇ ਨੇ ਜਾਂ ਮਾਤਾਵਾਂ ਜਾਂ ਮੇਰੇ ਸਾਹਮਣੇ ਮੇਰੇ ਬਰਨਾਲੇ ਜ਼ਿਲ੍ਹੇ ਦੇ ਮੇਰੇ ਪਿੰਡ ਸਹਾਰ ਦੇ ਬੈਠੇ ਹੋਣ, ਮੈਂ ਸਾਰਿਆਂ ਨੂੰ ਇਸ ਸਟੇਜ ਤੋਂ ਸਲਾਮ ਕਰਦਾ ਕਿ ਤੁਹਾਡੇ ਬਰਨਾਲਾ ਵਾਸੀਆਂ ਨੂੰ ਮੇਰੇ ਵੱਲੋਂ ਸਲਾਮ ਔਰ ਤੁਹਾਡਾ ਬੋਲਣ ਦਾ ਮੌਕਾ ਦਿੱਤਾ। ਮੈਂ ਮੁਕਤਸਰ ਦਾ ਜ਼ਿਲ੍ਹਾ ਜੱਜ ਰਹਿ ਕੇ ਆਇਆ, ਕਪੂਰਥਲਾ ਜ਼ਿਲ੍ਹਾ ਜੱਜ ਰਹਿ ਕੇ ਆਇਆ, ਮੈਨੂੰ ਅਕਾਲ ਤਖਤ ਨੰਦੇੜ ਤਖਤ ਤੋਂ ਸਨਮਾਨ ਕੀਤਾ ਗਿਆ ਕਿ ਫॉर ਦੀ ਬੈਸਟ ਸਰਵਿਸਿਜ਼, ਕਿ ਤੇਰੇ ਜਿਸਾ ਸਾਡੇ ਸੰਸਥਾ ਨੂੰ ਸਾਡੇ ਆਪਣੇ ਤਖਤਾਂ ਨੂੰ ਸੇਵਾ ਨਹੀਂ ਕੀਤੀ। ਸੋ ਦਾਸ ਇੰਨਾ ਕਹਿੰਦਾ ਹੋਇਆ ਖੇਮਾ ਦਾ ਜਾਚਕਾਂ ਔਰ ਮੈਂ ਕੱਲ ਦਾ ਆਇਆ, ਮੈਂ ਕੱਲ ਰਹੂੰਗਾ। ਅੱਜ ਮੈਨੂੰ ਟਿਕਰੀ ਬਾਰਡਰ ਤੇ ਬੂਟਾ ਸਿੰਘ ਬੁਰਜ ਗਿੱਲ ਉਹਨਾਂ ਨੇ ਸਮਝ ਦਿੱਤਾ ਕਿ ਸ਼ਾਮ ਨੂੰ ਆਓ, ਤੁਹਾਡੇ ਕਾਨੂੰਨ ਦੀ ਰਹਿ ਜਾਂ ਸਾਡੀ ਤੁਹਾਡੀ ਕੁਝ ਮਦਦ ਲਈਏ। ਸੋ ਮੈਂ ਇੰਨਾ ਕੁਝ ਕਹਿੰਦਾ ਹੋਇਆ ਖੇਮਾ ਦਾ ਜਾਚਕਾਂ, ਜੇ ਚੰਗਾ ਲੱਗਿਆ ਤਾਂ ਤਾੜੀ ਮਾਰ ਦਿਓ, ਜੇ ਨਾ ਚੰਗਾ ਲੱਗਿਆ ਤਾਂ ਬੰਦ ਕਰ ਦਿਓ। ਥੈਂਕ ਯੂ।